जो बोले सो निरभै। भगवान वाल्मीकि महाराज की जय। श्री श्री 108 सतगुरु ज्ञाननाथ महाराज की जय। अमृत सितंबर अमृत सादा जल नहीं, अमृत जीवन जोत। अमृत से सब जी उठै, रघुवंशी मृतक लोग। अमृत भरी दवात है, कलम हाथ में होत। पढ़ना है अम्बेडकर, यही बनाई सोच। 24 अमृत कुर्बानी से, हक पाया सर्वोच्च। शिक्षा दीक्षा पा सकै, अब ना किसी पर रोक। अमृत का सरताज जो, हो बसै लोक परलोक। नौवां माह संसार को, गागा कहे शलोक। आदि आई वाल्मीकि नमो नमः। परम सत्कारयोग गुरु प्यारी साध संगत जीओ। गुरु प्यारिओ, उस परमेश्वर की कृपा सदका आओ गुरु प्यारे अपनियां सुरतियां नूं एकाग्रचित करिए। इस भाग नूं भी सरवण करिए जो अमृत सितंबर। ये गुरु प्यारे बाणी तो प्रभु जी ने सारी खास ही तैयार की है, पर इस भाग दे विच बहुत खास बाणी है, सानू समझण दी लोड़ है। ते गुरु प्यारे जो जीव समझ जाता है, गल समझ विच आ जाती है, ते गुरु प्यारिओ उस जीव का जो जीवन है ऐटोमैटिक ही बदल जाता है। इस सितंबर की बाणी दे विच खास बात है। अपनियां सुरतियां नूं एकाग्रचित करिए, इस खास बाणी नूं सरवण करिए। गुरु जी फरमान करते हैं, अमृत सादा जल नहीं, अमृत जीवन जोत। ते गुरु प्यारिओ, जल तो भाव है अमृत, अमृत तो भाव है जल। क्योंकि इसनूं आवा भी कहते हैं, जल भी कहते हैं, पानी भी कहते हैं, अमृत भी कहते हैं। पहला पानी जियो जित हरिया सब कोई। ते गुरु प्यारे उत्थे गुरु जी ने भी जिक्र किया है, अमृत सादा जल नहीं, अमृत जीवन जोत। ते गुरु प्यारे जो आप जी रहे हाँ, तो साडे वास्ते पहला है जल, उस परमेश्वर का बख्शा है अमृत, उदा करके असीं जीने हाँ। जे जल अमृत असीं अपने अंदर ना ग्रहण करिए तो साडा शायद जीवन ना बच सके। इस धरती ते भी, धरती नालों भी 3 गुणा ज़्यादा जल है, अमृत है। उस परमेश्वर ने कायनात सृष्टि दे विच उन्होंने पहले ही तैयार करके बख्शिश किया होया है। अमृत से सब जी उठै, रघुवंशी मृतक लोग। ते गुरु प्यारे रघुवंशी कुल राजे दशरथ दी, श्री रामचंद्र दी कुल, रघुवंशी कुल, जो कि गुरु प्यारे 12-12 साल के लड़के
ਲਵ ਕੁਸ਼ ਨੇ ਲੱਖਾਂ ਹੀ ਸੈਨਾ ਮਾਰ ਦਿੱਤੀ ਸੀ ਜਿਸ ਵਕਤ ਸ਼੍ਰੀ ਰਾਮ ਚੰਦਰ ਦੇ ਨਾਲ ਲਵ ਕੁਸ਼ ਦਾ ਯੁੱਧ ਹੋਇਆ। ਅਤੇ ਗੁਰੂ ਪਿਆਰੇ ਉੱਥੇ ਫਿਰ ਮਾਤਾ ਸੀਤਾ ਨੇ ਪੁਕਾਰ ਕੀਤੀ ਸੀ ਕਿ ਮਹਾਰਾਜ, ਹੇ ਕਾਇਨਾਤ ਸ੍ਰਿਸ਼ਟੀ ਨੂੰ ਸਾਜਣ ਵਾਲੇ, ਦੁਨੀਆ ਨੂੰ ਜੀਵਨ ਦਾਨ ਦੇਣ ਵਾਲੇ, ਕਿਰਪਾ ਕਰੋ। ਮੈਨੂੰ ਤਾਂ ਲੋਕ ਕਲੰਕਣੀ ਕਹਿਣਗੇ ਕਿ ਆਪਣੇ ਬੱਚਿਆਂ ਕੋ ਹੀ ਆਪਣੇ ਪਰਿਵਾਰ ਦਾ ਨਾਸ਼ ਕਰਵਾ ਲਿਆ। ਕਿਰਪਾ ਕਰੋ, ਤੁਸੀਂ ਕੱਖਾਂ 'ਚ ਜਾਨਾਂ ਪਾਉਣ ਵਾਲੇ ਹੋ। ਮੇਰੇ ਪਤੀ ਸ਼੍ਰੀ ਰਾਮ ਚੰਦਰ ਦੀ ਸੈਨਾ ਨੂੰ ਜੀਵਤ ਕਰ ਦਿਓ ਅਤੇ ਸ਼੍ਰੀ ਰਾਮ ਚੰਦਰ ਨੂੰ ਜੀਵਨ ਦਾਨ ਬਖਸ਼ਿਸ਼ ਕਰ ਦਿਓ। ਅਤੇ ਗੁਰੂ ਪਿਆਰੇ ਉਸੇ ਹੀ ਜਲ ਤੋਂ ਗੁਰੂ ਪਿਆਰਿਓ ਪਰਮੇਸ਼ਰ ਨੇ ਫਿਰ ਅੰਮ੍ਰਿਤ ਤਿਆਰ ਕੀਤਾ ਸੀਗਾ। ਅੰਮ੍ਰਿਤ ਸੇ ਸਭ ਜੀ ਉਠ ਰਘਬੰਸੀ ਮ੍ਰਿਤਕ ਲੋਗ। ਉਸੇ ਜਲ ਦੇ ਨਾਲ, ਉਸੇ ਅੰਮ੍ਰਿਤ ਦੇ ਨਾਲ ਮਾਤਾ ਸੀਤਾ ਦੀ ਪੁਕਾਰ ਪਰਮੇਸ਼ਰ ਦੀ ਭਗਵਾਨ ਵਾਲਮੀਕ ਦੇ ਚਰਨਾਂ 'ਚ ਪ੍ਰਵਾਨ ਹੋਈ ਅਤੇ ਗੁਰੂ ਪਿਆਰਿਓ ਫਿਰ ਸ਼੍ਰੀ ਰਾਮ ਚੰਦਰ ਸਣੇ ਸਾਰੀ ਸੈਨਾ ਜੀਵਤ ਹੋ ਗਈ। ਇਹ ਪਰਮੇਸ਼ਰ ਦਾ ਖਾਸ ਮੈਸੇਜ ਹੈ ਆਪਣੇ ਵਾਸਤੇ। ਅੰਮ੍ਰਿਤ ਭਰੀ ਦਵਾਤ ਹੈ, ਕਲਮ ਹਾਥ ਮੇਂ ਹੋਤ, ਪੜ੍ਹਨਾ ਹੈ ਅੰਬੇਡਕਰ, ਜਹੀ ਬਣਾਈ ਸੋਚ। ਗੁਰੂ ਪਿਆਰਿਓ ਫਿਰ ਪਹਿਲੇ 10 ਨੇ ਜਲ ਦੀ ਅੰਮ੍ਰਿਤ ਦੀ ਗੱਲ ਕੀਤੀ ਸੀ। ਦੂਸਰੀ ਬਾਤ ਕੀਤੀ ਸੀਗੀ ਕਿ ਪਰਮੇਸ਼ਰ ਭਗਵਾਨ ਵਾਲਮੀਕ ਮਾਰੇ ਅੰਮ੍ਰਿਤ ਤਿਆਰ ਕਰਕੇ ਸ਼੍ਰੀ ਰਾਮ ਚੰਦਰ ਦੀ ਔਰ ਸ਼੍ਰੀ ਰਾਮ ਚੰਦਰ ਦੀ ਸੈਨਾ ਸ਼੍ਰੀ ਰਾਮ ਚੰਦਰ ਜੀਵਨ ਦਾਨ ਬਖਸ਼ਿਸ਼ ਕੀਤਾ ਸੀਗਾ। ਉਸੇ ਹੀ ਗੁਰੂ ਪਿਆਰੀ ਸਾਧ ਸੰਗਤ ਜੀ ਅੰਮ੍ਰਿਤ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ, ਜਿਨ੍ਹਾਂ ਨੇ ਗੁਰੂ ਪਿਆਰਿਓ ਸਾਰੇ ਹੀ ਇੰਡੀਆ ਨੂੰ, ਕੁੱਲ ਭਾਰਤ ਨੂੰ ਡਾਕਟਰ ਬਾਬਾ ਸਾਹਿਬ ਦੀ ਬਹੁਤ ਦੇਣ ਹੈ, ਜਿਨ੍ਹਾਂ ਨੇ ਗੁਰੂ ਪਿਆਰਿਓ ਸਾਡੇ ਉੱਪਰੋਂ ਉਹਨਾਂ ਦੇ 4 ਬੱਚੇ ਕੁਰਬਾਨ ਕਰ ਦਿੱਤੇ। ਅਤੇ ਗੁਰੂ ਪਿਆਰੇ ਆਪਣੇ ਬੱਚਿਆਂ ਬਾਰੇ ਨਹੀਂ, ਆਪਣੇ ਵਾਸਤੇ ਨਹੀਂ, ਆਉਣ ਵਾਲੀ ਦੁਨੀਆ ਵਾਸਤੇ ਜੋ ਗੁਰੂ ਪਿਆਰੇ ਦਲਿਤਾਂ ਦੇ ਮਸੀਹਾ ਬਣੇ। ਹੈ ਤਾਂ ਸਾਰੇ ਇੰਡੀਆ ਦੇ ਮਸੀਹਾ ਜਿੰਨੀ ਵੀ ਕੌਮਾਂ ਹਨ, ਪਰ ਦਲਿਤਾਂ ਦੇ ਵੱਧ ਮਸੀਹਾ ਬਣੇ ਕਿਉਂਕਿ ਦਲਿਤ ਦੱਬੀ ਕੁਚਲੀ ਕੌਮ ਸੀਗੀ ਜੋ ਅਨਪੜ੍ਹਤਾ ਦੇ ਕਾਰਨ ਗੁਰੂ ਪਿਆਰਿਓ ਬਹੁਤ ਹੀ ਨੀਵੇਂ ਢੰਗ ਦੇ ਨਾਲ ਰਹਿ ਰਹੇ ਸੀ। ਪਰ ਡਾਕਟਰ ਬਾਬਾ ਸਾਹਿਬ ਨੇ ਦੇਖਿਆ ਕਿ ਭਗਵਾਨ ਵਾਲਮੀਕ ਦੇ ਹੱਥ ਵਿੱਚ ਕਲਮ ਹੈ ਅਤੇ ਗੁਰੂ ਪਿਆਰਿਓ ਨੇ ਕਲਮ ਦਾ ਇਸ਼ਾਰਾ ਸਮਝਿਆ। ਜਿਸ ਵਕਤ ਕਲਮ ਦਾ ਇਸ਼ਾਰਾ ਸਮਝਿਆ ਅਤੇ ਗੁਰੂ ਪਿਆਰਿਓ ਡਾਕਟਰ ਬਾਬਾ ਸਾਹਿਬ ਦਾ ਬਹੁਤ ਵੱਡਾ ਸੰਵਿਧਾਨ ਹੈ, ਬਹੁਤ ਵੱਡਾ ਇਤਿਹਾਸ ਹੈ। ਆਪਾਂ ਪੜ੍ਹ ਸਕਦੇ ਹਾਂ, ਜੇ ਪੜ੍ਹ ਨਹੀਂ ਤਾਂ ਸੁਣ ਸਕਦੇ ਹਾਂ, ਸੁਣ ਕੇ ਆਪਣੇ ਅੰਦਰੋਂ ਪ੍ਰੇਰਨਾ ਪੈਦਾ ਕਰ ਸਕਦੇ ਹਾਂ। ਅਸੀਂ ਅਤੇ ਆਪਣੇ ਬੱਚਿਆਂ ਨੂੰ ਵੀ ਡਾਕਟਰ ਬਾਬਾ ਸਾਹਿਬ ਵਰਗੇ ਬਣਾਈਏ ਕਿਉਂਕਿ ਉਹਨਾਂ ਦੇ ਹੱਥ 'ਚ ਕਲਮ ਹੈ ਅਤੇ ਕਲਮ ਦੀ ਤਾਕਤ ਨੂੰ ਪਹਿਚਾਨੀਏ ਅਤੇ ਗੁਰੂ ਪਿਆਰਿਓ ਤਾਂ ਸਾਡੇ ਜੀਵਾਂ ਦਾ ਭਲਾ ਹੋ ਸਕਦਾ ਹੈ। ਡਾਕਟਰ ਬਾਬਾ ਸਾਹਿਬ ਦੀ ਇੰਨੀ ਸੋਚ, ਡੂੰਘਾਈ ਦੀ ਸੋਚ ਸੀਗੀ। ਦਲਿਤਾਂ ਨੂੰ ਬਹੁਤ ਸਾਰੇ ਹੱਕ ਲਿਖ ਦਿੱਤੇ ਤਾਂ ਗੁਰੂ ਪੀਰ ਸਾਧ ਸੰਗਤ ਜੀਓ, ਉਹਨਾਂ ਦਾ ਹੱਕ ਸਦਕਾ ਹੀ ਅਸੀਂ ਅੱਜ ਪਹਿਨ ਸਕਦੇ ਹਾਂ, ਚੰਗਾ ਖਾ ਸਕਦੇ ਹਾਂ, ਚੰਗੀ ਉੱਚ ਵਿੱਦਿਆ ਪੜ੍ਹਾਈ ਕਰਦੇ ਹਾਂ। ਅਸੀਂ ਮੰਦਰਾਂ 'ਚ ਗੁਰੂ ਪਿਆਰਿਓ ਅਸੀਂ ਪਾਠ ਕਰਦੇ ਹਾਂ, ਹਰ ਇੱਕ ਤਾਂ ਅਸੀਂ ਜਾ ਸਕਦੇ ਹਾਂ। ਇਹ ਡਾਕਟਰ ਬਾਬਾ ਸਾਹਿਬ ਦੀ ਦੇਣ ਹੈ ਅਤੇ ਡਾਕਟਰ ਬਾਬਾ ਸਾਹਿਬ ਦੀ ਦੇਣ ਨੂੰ, ਉਹਨਾਂ ਦੀ ਕੁਰਬਾਨੀ ਨੂੰ ਕਦੇ ਵੀ ਨਾ ਭੁੱਲੋ, ਕਦੇ ਵੀ ਨਾ ਭੁੱਲੋ, ਸਦਾ ਹੀ ਹਮੇਸ਼ਾ ਹੀ ਯਾਦ ਰੱਖੋ। 24 ਅੰਮ੍ਰਿਤ ਕੁਰਬਾਨੀ ਸੇ ਹੱਕ ਪਾਇਆ ਸਰਵੋੱਚ। ਅਤੇ ਗੁਰੂ ਪਿਆਰੇ ਸਾਨੂੰ ਡਾਕਟਰ ਬਾਬਾ ਸਾਹਿਬ ਨੇ ਉਹ ਹੱਕ ਲੈ ਕੇ ਦਿੱਤੇ ਜੋ ਉੱਚ ਕੋਟੀ ਦੇ ਜੋ ਸਵਰਨ ਸੀਗੇ, ਸਾਡੇ ਹੱਕ ਮਾਰ ਕੇ ਬੈਠੇ ਸੀਗੇ। ਸਾਨੂੰ ਆਡੋਂ ਪਾਣੀ ਪਿਆਇਆ ਜਾਂਦਾ ਸੀਗਾ, ਸਾਡਾ ਪਾਣੀ ਵੀ ਅੱਡ ਰੱਖਿਆ ਜਾਂਦਾ ਸੀਗਾ। ਸਾਨੂੰ ਘਰ ਵਿੱਚ, ਕਿਸੇ ਦੇ ਘਰ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਨਹੀਂ ਸੀ, ਪੜ੍ਹਨ ਦੀ ਆਗਿਆ ਨਹੀਂ ਸੀਗੀ, ਚੰਗਾ ਬੋਲਣ ਦੀ ਆਗਿਆ ਨਹੀਂ ਸੀ, ਚੰਗਾ ਪਹਿਨਣ ਦੀ ਆਗਿਆ ਨਹੀਂ ਸੀਗੀ। ਪਰ ਗੁਰੂ ਪਿਆਰਿਓ ਦਾਸ ਉਸ ਕਲਮ ਤੋਂ, ਡਾਕਟਰ ਬਾਬਾ ਸਾਹਿਬ ਤੋਂ ਬਲਿਹਾਰੇ ਜਾਂਦਾ। ਮੈਂ ਆਪਣੀ ਗੱਲ ਕਰਦਾ ਹਾਂ, ਜਿਨ੍ਹਾਂ ਨੇ ਸਾਨੂੰ ਪੜ੍ਹਨਾ ਸਿਖਾਇਆ, ਬੈਠਣਾ ਸਿਖਾਇਆ ਅਤੇ ਗੁਰੂ ਪਿਆਰਿਓ ਹੋਰ ਵਿਦਵਾਨਾਂ ਵਾਂਗੂ ਸਾਨੂੰ ਜੀਣਾ ਸਿਖਾਇਆ। ਇਹ ਡਾਕਟਰ ਬਾਬਾ ਸਾਹਿਬ ਦੀ ਦੇਣ ਹੈ ਅਤੇ ਦਾਸ ਨੂੰ ਇਹ ਬੇਨਤੀ ਹੈ,
ਆਪਣੇ ਬੱਚਿਆਂ ਨੂੰ ਸਿੱਖਿਤ ਕਰੋ, ਆਪਣੇ ਬੱਚਿਆਂ ਨੂੰ ਪੜ੍ਹਾਓ। ਡਾਕਟਰ ਬਾਬਾ ਸਾਹਿਬ ਦਾ ਸੰਵਿਧਾਨ ਵੀ ਛੋਟੀਆਂ ਛੋਟੀਆਂ ਪੋਥੀਆਂ ਉਹਨਾਂ ਦੀਆਂ ਮਿਲਦੀਆਂ, ਉਹ ਲੈ ਕੇ ਦਿਓ। ਡਾਕਟਰ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਵੀ ਪੜ੍ਹਿਆ ਜਾਵੇ, ਉਹਨਾਂ ਦੀ ਜੋ ਜੀਵਨੀ ਹੈ ਉਹਦੇ ਬਾਰੇ ਸੋਚਿਆ ਜਾਵੇ ਕਿ ਉਹਨਾਂ ਨੇ ਕਿੰਨਾ ਸੰਘਰਸ਼ ਕਰਕੇ ਸਾਡੇ ਤੱਕ ਇਹ ਸੰਵਿਧਾਨ और ਸਾਨੂੰ ਹੱਕ ਲੈ ਕੇ ਦਿੱਤੇ ਹਨ। 24 ਅੰਮ੍ਰਿਤ ਕੁਰਬਾਨੀ ਸੇ ਹੱਕ ਪਾਇਆ ਸਰਵੋच्च, ਸਿਕਸ਼ਾ ਦਿਕਸ਼ਾ ਪਾ ਸਕੇ ਅਬ ਨਾ ਕਿਸੇ ਪਰ ਰੋਕ। ਗੁਰੂ ਪਿਆਰੇ, ਸਿਕਸ਼ਾ ਵੀ ਪਾ ਸਕਦੇ ਹਾਂ, ਅਸੀਂ ਦਿਕਸ਼ਾ ਵੀ ਗ੍ਰਹਿਣ ਕਰ ਸਕਦੇ ਹਾਂ। ਹੁਣ ਕਿਸੇ ਤਰ੍ਹਾਂ ਦੀ ਸਾਡੇ 'ਤੇ ਕੋਈ ਰੋਕ ਨਹੀਂ ਹੈ। ਜੇ ਰੋਕ ਜੰਜੀਰਾਂ, ਬੰਧਨਾਂ ਦੀਆਂ ਜੰਜੀਰਾਂ ਤੋੜੀਆਂ ਹਨ, ਉਹ ਹੈ ਡਾਕਟਰ ਬਾਬਾ ਸਾਹਿਬ ਜੀ। ਅੰਮ੍ਰਿਤ ਕਾ ਸਰਤਾਜ ਜੋ ਉਹ ਵਸੇ ਲੋਕ ਪਰਲੋਕ। ਅਤੇ ਗੁਰੂ ਪਿਆਰੇ, ਅੰਮ੍ਰਿਤ ਕਾ ਜੋ ਸਰਤਾਜ ਹੈ, ਸਾਰੇ ਸੰਸਾਰ ਦੇ ਸਿਰ 'ਤੇ ਰਾਜ ਕਰਦਾ ਹੈ, ਪਰਮੇਸ਼ਰ ਭਗਵਾਨ ਵਾਲਮੀਕੀ ਮਹਾਰਾਜ ਜੀ ਹੈ। ਉਹਨਾਂ ਦੀ ਕਲਮ ਦੀ ਤਾਕਤ ਨੂੰ ਡਾਕਟਰ ਬਾਬਾ ਸਾਹਿਬ ਨੇ ਪਹਿਚਾਨਿਆ। ਇਹ ਸਾਡੇ ਤੱਕ ਗੁਰੂ ਪਿਆਰਿਓ ਵੀ ਉਹ ਉੱਚ ਕੋਟੀ ਦੀ ਵਿੱਦਿਆ ਸਾਡੇ ਤੱਕ ਵੀ ਪਹੁੰਚੀ, ਅਤੇ ਅਸੀਂ ਵੀ ਇਸ ਵਿੱਦਿਆ ਨੂੰ ਪਾ ਕੇ ਅਸੀਂ ਧੰਨ ਹੋ ਗਏ ਹਾਂ। ਉਹ ਵਸੇ ਲੋਕ ਪਰਲੋਕ। ਲੋਕ ਤੋਂ ਭਾਵ ਜੇ ਰਹਿੰਦੇ ਹਾਂ ਤਾਂ ਪਰਲੋਕ ਤੋਂ ਭਾਵ ਹੈ ਆਪਣੀ ਨਜ਼ਰ ਤੋਂ ਬਾਹਰ ਚੀਜ਼ ਦੂਰ ਹੋ ਜਾਂਦੀ, ਪਰਲੋਕ ਕਹਿੰਦੇ ਹਾਂ। ਬੜੀਆਂ ਬੜੀਆਂ ਮੰਜ਼ਿਲਾਂ ਮਾਰੀਆਂ ਇਸ ਕੌਮ ਨੇ, ਅਤੇ ਗੁਰੂ ਪਿਆਰਿਓ ਹੁਣ ਵੀ ਆਸ ਕਰਦੇ ਹਾਂ ਕਿ ਆਉਣ ਵਾਲੇ ਜੋ ਬੱਚੇ, ਆਉਣ ਵਾਲੇ ਸਾਡਾ ਜੋ ਭਵਿੱਖ ਹੈ, ਕਿ ਸਾਡੇ ਵੱਡੇ ਵਡੇਰੇ ਡਾਕਟਰ ਬਾਬਾ ਸਾਹਿਬ ਦੇ ਕਲਮ ਦੇ ਨਾਲ ਜ਼ਰੂਰ ਜੋੜਨਗੇ, ਸੰਵਿਧਾਨ ਨਾਲ ਜ਼ਰੂਰ ਜੋੜਨਗੇ, ਇਹ ਆਸ ਕਰਦੇ ਹਾਂ। 9ਵਾਂ ਮਾਹ ਸੰਸਾਰ ਕੋ ਗਾ ਗਾ ਕਹਿ ਸ਼ਲੋਕ। ਜੇ ਗੁਰੂ ਪਿਆਰੇ 9ਵਾਂ ਮਾਹ ਚੱਲ ਰਿਹਾ ਹੈ, ਅਤੇ ਪ੍ਰਭੂ ਤਨਾਕਰਮਾ ਜੀ ਕਹਿੰਦੇ ਕਿ ਮੈਂ ਗਾ ਗਾ ਕੇ ਸ਼ਲੋਕ ਇਹ ਉਚਾਰਨ ਕਰਦਾ ਹਾਂ ਕਿ ਭਾਈ ਆਪਣੇ ਧਰਮ ਥੱਲੇ ਆ ਜਾਓ, ਆਪਣੇ ਕਲਮ ਦੇ ਜ਼ੋਰ ਨੂੰ, ਕਲਮ ਦੀ ਤਾਕਤ ਨੂੰ ਪਹਿਚਾਨੋ। ਮੈਂ ਗਾ ਗਾ ਕੇ ਗੱਲ ਕਹਿ ਰਿਹਾ ਹਾਂ, ਠੋਕ ਵਜਾ ਕੇ ਗੱਲ ਕਹਿਣਾ ਹਾਂ। ਸੁਧਰ ਜਾਓ, ਆਪਣੇ ਝੰਡੇ ਨਿਸ਼ਾਨ ਥੱਲੇ ਆ ਜਾਓ, ਡਾਕਟਰ ਬਾਬਾ ਸਾਹਿਬ ਦੀ ਕਲਮ ਨੂੰ ਪਹਿਚਾਨ ਜਾਓ, ਤਾਂ ਸਾਡਾ ਭਲਾ ਹੋ ਸਕਦਾ ਹੈ। ਅਸੀਂ ਅਡੰਬਰਾਂ 'ਚ ਪੈ ਕੇ ਦੇਵੀ ਦੇਵਤਿਆਂ ਦੀ ਪੂਜਾ 'ਚ ਸਾਨੂੰ ਨਾ ਕੁਝ ਮਿਲਿਆ ਹੈ ਅਤੇ ਨਾ ਕੁਝ ਮਿਲਣਾ ਹੀ ਹੈ। ਹਜ਼ਾਰਾਂ ਸਾਲ ਤੋਂ ਸਾਡੇ ਵੱਡੇ ਵਡੇਰੇ ਇਹਨਾਂ ਦੀ ਪੂਜਾ ਕਰਦੇ ਆਏ ਹੈ, ਕੁਝ ਨਹੀਂ ਮਿਲਿਆ, ਮਿਲਣਾ ਹੈ ਅਤੇ ਗਿਆਨ ਦੀ ਪਾਵਰ ਤੋਂ ਮਿਲਣਾ ਹੈ। ਉਹ ਗਿਆਨ ਦੀ ਪਾਵਰ ਹੈ ਡਾਕਟਰ ਬਾਬਾ ਸਾਹਿਬ ਦੀ ਕਲਮ, ਭਗਵਾਨ ਵਾਲਮੀਕ ਮਹਾਰਾਜ ਦਾ ਜੋ ਬ੍ਰਹਮ ਦਾ ਗਿਆਨ ਹੈ। ਇਹ ਗੁਰੂ ਪਿਆਰੇ ਦਾਸ ਵੱਲੋਂ ਤਾਂ ਇਹ ਬੇਨਤੀ ਹੈ, ਇਹੀ ਜ਼ੋਰ ਹੀ ਦਿੰਦਾ ਹੈ ਹਰ ਭਾਗ ਦੇ ਵਿੱਚ, ਇਹੀ ਬਾਣੀ ਦਾ, ਸੰਵਿਧਾਨ ਦਾ ਅਤੇ ਪੜ੍ਹਨ ਲਿਖਣ ਦਾ ਜ਼ੋਰ ਦਿੰਦਾ ਹੈ। ਕਿਉਂਕਿ ਮੈਂ ਬਹੁਤ ਦਾਸ ਵੱਲੋਂ ਬੇਨਤੀ ਹੈ, ਮੈਂ ਬਹੁਤ ਗਰੀਬੀ ਦੇਖੀ ਹੈ। ਜਦੋਂ ਭਗਵਾਨ ਵਾਲਮੀਕ ਦੇ ਚਰਨਾਂ ਨਾਲ ਮੈਂ ਜੁੜਿਆ ਹਾਂ, ਮੈਂ ਆਪਣੀ ਗੱਲ ਕਰਦਾ ਹਾਂ, ਹੋਰ ਕਿਸੇ ਦੇ ਨਹੀਂ। ਜੋ ਡਾਕਟਰ ਬਾਬਾ ਸਾਹਿਬ ਸੰਵਿਧਾਨ ਨੂੰ ਮੈਂ ਦੇਖਿਆ, ਪੜ੍ਹਿਆ, ਵਿਚਾਰਿਆ, ਸੁਣਿਆ, ਉਹਨਾਂ ਦਾ ਇਤਿਹਾਸ ਨੂੰ ਜਾਣਿਆ ਹਾਂ, ਅਤੇ ਮੈਂ ਸਾਰੀ ਜ਼ਿੰਦਗਾਨੀ ਹੀ ਆਪਣੀ ਉਹਨਾਂ ਦੇ ਨਾਂ 'ਤੇ ਲਾਤੀ ਹੈ ਕਿ ਮੈਂ ਜਿੰਨਾ ਵੀ ਪ੍ਰਚਾਰ ਕਰਨਾ ਉਹਦੇ ਨਾਂ 'ਤੇ ਪ੍ਰਚਾਰ ਕਰਨਾ ਹੈ, ਉਹਨਾਂ ਦਾ ਪ੍ਰਚਾਰ ਕਰਨਾ ਹੈ। ਅਤੇ ਗੁਰੂ ਪਿਆਰਿਓ, ਇਸ ਕਰਕੇ ਜੋ ਮੇਰੀ ਬੇਨਤੀ ਇਹਨੂੰ ਸਵੀਕਾਰ ਜ਼ਰੂਰ ਕਰਿਓ, ਕਿਉਂਕਿ ਆਉਣ ਵਾਲਾ ਸਮਾਂ ਸਾਡਾ ਹੋਵੇਗਾ ਜੇ ਅਸੀਂ ਇਹਨਾਂ ਗੱਲਾਂ ਨੂੰ ਪਹਿਚਾਨ ਜਾਵਾਂਗੇ, ਇਹਨਾਂ ਗੱਲਾਂ ਨੂੰ ਜਾਣ ਜਾਵਾਂਗੇ, ਇਹਨਾਂ ਗੱਲਾਂ ਤੋਂ ਜਾਣੂ ਹੋਵਾਂਗੇ ਤਾਂ। ਅਤੇ ਦਾਸ ਕੋਲੋਂ ਅੱਖਰ ਕੋਈ ਵਾਧਾ ਘਾਟਾ ਹੋ ਗਿਆ ਤਾਂ ਸੰਗਤ ਬਖਸ਼ਣਯੋਗ ਹੈ, ਕਿਉਂਕਿ ਅਸੀਂ ਗਲਤੀਆਂ ਦੇ ਪੁਤਲੇ ਹਾਂ। ਹਰ ਰੋਜ਼ ਗਲਤੀਆਂ ਹੁੰਦੀਆਂ, ਦੇਖਣ ਵਿੱਚ ਗਲਤੀ ਹੁੰਦੀ ਹੈ, ਸੋਚਣ ਵਿੱਚ ਗਲਤੀ ਹੁੰਦੀ ਹੈ, ਬੋਲਣ ਵਿੱਚ ਗਲਤੀ ਹੁੰਦੀ ਹੈ, ਚੱਲਣ ਵਿੱਚ ਵੀ ਗਲਤੀ ਹੋ ਜਾਂਦੀ ਹੈ, ਪਰ ਪਰਮੇਸ਼ਰ ਆਪ ਹੀ ਕਿਰਪਾ ਕਰਦੇ ਹਨ, ਆਪ ਹੀ ਗੁਰੂ ਪਿਆਰੇ ਸਿੱਧੇ ਰਸਤੇ 'ਤੇ ਪਾ ਦਿੰਦੇ ਹਨ ਜਦੋਂ ਅਸੀਂ ਚੰਗਿਆਂ ਪੁਰਸ਼ਾਂ ਦੀ ਸੰਗਤ ਕਰਾਂਗੇ ਤਾਂ। ਜੈਸੀ ਸੰਗਤ ਵੈਸੀ ਰੰਗਤ, ਅਤੇ ਚੰਗੇ ਪੁਰਸ਼ਾਂ ਦੀ ਸੰਗਤ ਕਰੀਏ, ਸਾਨੂੰ ਚੰਗੀ ਸਿਕਸ਼ਾ ਗ੍ਰਹਿਣ ਹੋਵੇਗੀ। ਨਸ਼ਿਆਂ ਪੱਤਿਆਂ ਤੋਂ ਦਾਸ ਵੱਲੋਂ ਬੇਨਤੀ ਹੈ ਅਤੇ ਰਹਿਤ ਹੋਵੋ। ਸਿਰਫ ਗੁਰੂ ਪਿਆਰਿਓ ਆਪਣੇ ਬੱਚਿਆਂ ਨੂੰ ਉੱਚ ਕੋਟੀ ਦੀ ਵਿੱਦਿਆ ਹਾਸਲ ਕਰਵਾਓ, ਇਹ ਦਾਸ ਵੱਲੋਂ ਬੇਨਤੀ ਹੈ। ਜੋ ਬੋਲੇ ਸੋ ਨਰ ਭੈ, ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਸ਼੍ਰੀ 108 ਸਾਹਿਬ ਕਮਾਲ ਸਾਹਿਬ ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ।